Good morning, students. How are you all? I'm quite fine here, preparing videos for you. Now, this is your responsibility to see these videos, to watch them properly, and to get to benefit yourself in the best possible way. Today, we will continue with our chapter, The Crisis of Democratic Order and Declaration of Emergency. We have discussed yesterday. That was not clear to some of the students, so I'll give you some gist for that. 12 ਜੂਨ 1975 ਨੂੰ ਜਸਟਿਸ ਜਗਮੋਹਨ ਲਾਲ ਸਿਨਹਾ ਨੇ ਅਲਾਹਾਬਾਦ ਹਾਈ ਕੋਰਟ ਵਿੱਚ ਇੱਕ ਜਜਮੈਂਟ ਡਿਕਲੇਅਰ ਕੀਤੀ ਜਿਹਦੇ ਅਨੁਸਾਰ ਇੰਦਰਾ ਗਾਂਧੀ ਨੂੰ ਜਿਹੜੀ ਉਹਨਾਂ ਦੀ 1971 ਦੀ ਪ੍ਰਾਈਮ ਮਿਨਿਸਟਰ ਦੇ ਇਲੈਕਸ਼ਨ ਹੋਈ ਸੀ ਲੋਕ ਸਭਾ ਵਿੱਚ ਉਹਨੂੰ ਇਨਵੈਲਿਡ ਕਰਾਰ ਦਿੱਤਾ ਗਿਆ। ਇਸ ਦਾ ਮੇਨ ਕਾਰਨ ਸੀ ਕਿਉਂਕਿ ਇੱਕ ਪਟੀਸ਼ਨ ਰਾਜ ਨਾਰਾਇਣ ਜਿਹੜੇ ਕਿ ਇੱਕ ਕੈਂਡੀਡੇਟ ਸੀ ਉਸ ਸਮੇਂ ਦੇ ਇਲੈਕਸ਼ਨਸ ਦੇ ਵਿੱਚ ਉਹਨਾਂ ਨੇ ਇੱਕ ਪਟੀਸ਼ਨ ਫਾਈਲ ਕੀਤੀ ਕਿ ਜਦੋਂ ਇੰਦਰਾ ਗਾਂਧੀ ਨੇ ਕੈਂਪੇਨਿੰਗ ਕੀਤੀ ਉਸ ਸਮੇਂ ਉਹਨਾਂ ਨੇ ਗਵਰਨਮੈਂਟ ਸਰਵਿਸਿਜ਼ ਗਵਰਨਮੈਂਟ ਐਮਪਲੋਈਜ਼ ਦਾ ਇਸਤੇਮਾਲ ਕੀਤਾ। The judgment of the High Court means that she was no more an MP and could not remain the Prime Minister unless and until she has been elected again for the seat of MP within the period of 6 months. ਜੂਨ 24 ਨੂੰ ਸੁਪਰੀਮ ਕੋਰਟ ਨੇ ਇੱਕ ਪਾਰਸ਼ੀਅਲ ਸਟੇ ਹਾਈ ਕੋਰਟ ਦੇ ਆਰਡਰ ਦੇ ਉੱਤੇ ਲਾ ਦਿੱਤੀ ਤੇ ਉਹਨਾਂ ਨੇ ਡਿਸਾਈਡ ਕੀਤਾ that she could remain an MP but she cannot take part in the proceedings of the ਲੋਕ ਸਭਾ। MP ਤੇ ਇੰਦਰਾ ਗਾਂਧੀ ਰਹਿਣਗੇ ਲੇਕਿਨ ਉਹ ਲੋਕ ਸਭਾ ਦੀ ਪ੍ਰੋਸੀਡਿੰਗਸ ਦੇ ਵਿੱਚ ਕੰਮਕਾਜ ਨਹੀਂ ਕਰ ਪਾਣਗੇ ਨਾ ਹੀ ਉਹਦੇ ਵਿੱਚ ਭਾਗ ਲੈ ਪਾਰਟਿਸਿਪੇਟ ਕਰ ਪਾਣਗੇ। ਇਹ ਸਭ ਦੇਖਦੇ ਹੋਏ ਜਦੋਂ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਜੈ ਪ੍ਰਕਾਸ਼ ਨਾਰਾਇਣ ਨੇ ਇੰਦਰਾ ਗਾਂਧੀ ਦੇ ਰੈਜ਼ਿਗਨੇਸ਼ਨ ਦੀ ਮੰਗ ਕੀਤੀ ਤੇ ਉਸ ਸਿਚੁਏਸ਼ਨ ਦੇ ਵਿੱਚ ਇੰਦਰਾ ਗਾਂਧੀ ਨੇ ਪ੍ਰਾਈਮ ਮਿਨਿਸਟਰ ਜਿਹੜੇ ਉਸ ਸਮੇਂ ਦੇ ਸੀ ਉਹਨਾਂ ਨੇ ਐਮਰਜੈਂਸੀ ਲਗਾਉਣ ਦੀ ਰਿਕਮੈਂਡੇਸ਼ਨ ਪ੍ਰੈਜ਼ੀਡੈਂਟ ਫਖਰੁਦੀਨ ਅਲੀ ਅਹਿਮਦ ਨੂੰ ਕਰ ਦਿੱਤੀ ਤੇ ਉਸੇ ਟਾਈਮ ਹੀ ਮਿਡਨਾਈਟ ਦੇ ਵਿੱਚ ਇਲੈਕਟ੍ਰਿਸਿਟੀ ਬੰਦ ਕਰ ਦਿੱਤੀ ਸਾਰੇ ਨਿਊਜ਼ਪੇਪਰਸ ਨੂੰ ਡਿਸਕਨੈਕਟ ਕਰ ਦਿੱਤਾ ਗਿਆ। ਅਰਲੀ ਮਾਰਨਿੰਗ ਦੇ ਵਿੱਚ ਲੀਡਰਸ ਦੀ ਮੀਟਿੰਗ ਬਣਾਈ ਗਈ ਤੇ ਪਾਰਟੀਜ਼ ਦੇ ਕਈ ਆਪੋਜੀਸ਼ਨ ਪਾਰਟੀਜ਼ ਦੇ ਲੀਡਰਸ ਨੂੰ ਅਰੈਸਟ ਵੀ ਕੀਤਾ ਗਿਆ ਤੇ 26 ਜੂਨ ਨੂੰ 6 ਵਜੇ ਇੱਕ ਅਰਜੈਂਟ ਮੀਟਿੰਗ ਵੀ ਬੁਲਾਈ ਗਈ। ਨਾਓ ਲੈਟ ਅਸ ਸੀ that what was the question asked by Sukhmeen was that ਕਿ ਮੈਮ ਜਦੋਂ ਪ੍ਰਾਈਮ ਮਿਨਿਸਟਰ ਰਹਿੰਦੇ ਹੋਏ ਉਹਨਾਂ ਨੇ ਐਮਰਜੈਂਸੀ ਕਿਵੇਂ ਡਿਕਲੇਅਰ ਕਰ ਦਿੱਤੀ। ਉਹ MP ਰਹਿ ਸਕਦੇ ਸੀ ਲੇਕਿਨ ਉਹ ਲੋਕ ਸਭਾ ਦੇ ਵਿੱਚ ਜਿਹੜਾ ਪਾਰਸ਼ੀਅਲ ਸਟੇ ਸੀ ਉਹਦੇ ਅਕੋਰਡਿੰਗਲੀ ਸੁਪਰੀਮ ਕੋਰਟ ਦੇ ਪਾਰਸ਼ੀਅਲ ਸਟੇ ਦੇ ਅਕੋਰਡਿੰਗਲੀ ਉਹ ਨਾਲ ਦੇ ਨਾਲ MP ਜ਼ਰੂਰ ਰਹਿ ਸਕਦੇ ਸੀ ਲੇਕਿਨ ਲੋਕ ਸਭਾ ਦੀ ਕਾਰਵਾਈ ਦੇ ਵਿੱਚ ਭਾਗੀਦਾਰੀ ਜਾਂ ਪਾਰਟਿਸਿਪੇਟ ਨਹੀਂ ਕਰ ਸਕਦੇ ਸੀ। ਕੌਨਸੀਕੁਐਂਸਿਸ ਆਫ ਦ ਐਮਰਜੈਂਸੀ ਸਟ੍ਰਾਈਕਸ ਨੂੰ ਬੈਨ ਕਰ ਦਿੱਤਾ ਗਿਆ। ਕਿਹੜੇ ਪਰਿਣਾਮ ਨਿਕਲੇ। ਦਿਸ ਕੁਐਸਚਨ ਕੈਨ ਕਮ ਇਨ 6 ਮਾਰਕਸ ਬੇਟਾ, ਇਟਸ ਵੈਰੀ ਇੰਪੋਰਟੈਂਟ। ਸਟ੍ਰਾਈਕਸ ਨੂੰ ਬੈਨ ਕਰ ਦਿੱਤਾ ਗਿਆ। ਅਲੱਗ ਆਪੋਜੀਸ਼ਨ ਲੀਡਰਸ ਨੂੰ ਜੇਲ੍ਹ ਵਿੱਚ ਪਾਇਆ ਗਿਆ। ਨਿਊਜ਼ਪੇਪਰ ਨੂੰ ਕੋਈ ਵੀ ਮਟੀਰੀਅਲ ਛਾਪਣ ਤੋਂ ਪਹਿਲਾਂ ਇੱਕ ਤਰ੍ਹਾਂ ਦਾ ਅਪਰੂਵਲ ਲੈਣਾ ਪੈਂਦਾ ਸੀ ਗਵਰਨਮੈਂਟ ਕੋਲੋਂ ਐਂਡ ਦਿਸ ਵਾਜ਼ ਨੋਨ ਐਜ਼ ਪ੍ਰੈਸ ਸੈਂਸਰਸ਼ਿਪ ਇਹਨੂੰ ਕਿਹਾ ਗਿਆ। ਕਈ ਸ਼ੱਕ ਦੇ ਆਧਾਰ ਤੇ ਕਮਿਊਨਲ ਹਾਰਮਨੀ ਸੰਪਰਦਾਇਕ ਦੰਗੇ ਨਾ ਹੋ ਜਾਣ ਗਵਰਨਮੈਂਟ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਔਰ ਜਮਾਇਤ ਇਸਲਾਮੀ ਨੂੰ ਬੈਨ ਕਰ ਦਿੱਤਾ। ਕਈ ਤਰ੍ਹਾਂ ਦੇ ਪ੍ਰੋਟੈਸਟ ਤੇ ਸਟ੍ਰਾਈਕਸ ਤੇ ਪਬਲਿਕ ਐਜੀਟੇਸ਼ਨਸ ਜਿਹੜੀਆਂ ਹੁੰਦੀਆਂ ਸੀ ਉਹ ਵੀ ਡਿਸਅਲਾਉ ਕਰ ਦਿੱਤੀਆਂ ਔਰ ਫੰਡਾਮੈਂਟਲ ਰਾਈਟਸ ਸਾਰੇ ਦੇ ਸਾਰੇ ਸਿਟੀਜ਼ਨਸ ਦੇ ਇੱਕਦਮ ਸਸਪੈਂਡ ਕਰ ਦਿੱਤੇ। Moreover, preventive detention. The word preventive detention we have done in +1. On the ground of apprehension, if a person is arrested, ਇੱਕ ਬੰਦੇ ਨੂੰ ਨਿਵਾਰਕ ਨਜ਼ਰਬੰਦੀ ਵਿੱਚ ਜਦੋਂ ਰੱਖਿਆ ਜਾਂਦਾ ਹੈ ਸ਼ੱਕ ਦੇ ਆਧਾਰ ਤੇ ਅਰੈਸਟ ਕਰਕੇ and in that situation we call it preventive detention. Government ਨੇ preventive detention ਨਿਵਾਰਕ ਨਜ਼ਰਬੰਦੀ ਦਾ extensive use ਕੀਤਾ। opposition leaders ਤੇ ਲੋਕਾਂ ਨੂੰ ਅਰੈਸਟ ਕੀਤਾ ਗਿਆ। they were detained and they were
and they have committed without because they have committed any offence। ਇਸ ਕਰਕੇ ਨਹੀਂ ਕਿ ਉਹਨਾਂ ਨੇ ਕੋਈ offence commit ਕੀਤਾ ਹੀ, ਜਦਕਿ ਇਸ ਕਰਕੇ ਕਿ ਸ਼ੱਕ ਦੇ ਆਧਾਰ ਤੇ they can commit an offence। using preventive detention act ਗਵਰਨਮੈਂਟ ਨੇ ਲਾਰਜ ਸਕੇਲ ਤੇ ਅਰੈਸਟ ਕੀਤੀਆਂ ਇਸ ਐਮਰਜੈਂਸੀ ਦੇ ਵਿੱਚ, ਤੇ ਲੋਕ ਜਿਹੜੇ ਅਰੈਸਟਡ ਸੀ ਉਹ ਹੈਬੀਸ ਕਾਰਪਸ ਮੀਨਸ ਟੂ ਪ੍ਰੈਜ਼ੈਂਟ ਦਾ ਬੋਡੀ। ਇਸ ਪਟੀਸ਼ਨ ਦੇ ਅਕੋਰਡਿੰਗਲੀ ਵੀ ਲੋਕ ਆਪਣੀ ਕਿਸੇ ਵੀ ਤਰ੍ਹਾਂ ਦੀ ਚੈਲੰਜ ਨਹੀਂ ਕਰ ਸਕਦੇ ਸੀ ਆਪਣੀ ਅਰੈਸਟ ਨੂੰ, ਨਾ ਤੇ ਹਾਈ ਕੋਰਟ ਵਿੱਚ ਨਾ ਹੀ ਸੁਪਰੀਮ ਕੋਰਟ ਦੇ ਵਿੱਚ। ਗਵਰਨਮੈਂਟ ਨੇ ਕਈ ਸਾਰੇ ਕੇਸਿਸ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਫਾਈਲ ਅਪ ਕੀਤੇ ਗਏ ਔਨ ਦਾ ਬਿਹਾਫ ਆਫ ਦਾ ਅਰੈਸਟਡ ਪਰਸਨ, ਲੇਕਿਨ ਗਵਰਨਮੈਂਟ ਨੇ ਇਹ ਕਲੇਮ ਕਰ ਦਿੱਤਾ that it is not necessary to inform the arrested persons of the reasons and grounds of their arrest। ਕਈ ਹਾਈ ਕੋਰਟਸ ਨੇ ਜਜਮੈਂਟ ਦਿੱਤੀਆਂ ਕਿ ਐਮਰਜੈਂਸੀ ਦੇ ਡਿਕਲੇਰੇਸ਼ਨ ਤੋਂ ਬਾਅਦ ਕੋਰਟਸ ਵਿੱਚ ਹੈਬੀਸ ਕਾਰਪਸ ਦੀ ਜਿਹੜੀ ਰਿਟ ਹੈ ਉਹ ਫਾਈਲ ਅਪ ਕੀਤੀ ਜਾਏਗੀ ਤੇ ਇਹਨੂੰ ਚੈਲੰਜ ਦਿੱਤਾ ਜਾਏਗਾ, ਤੁਹਾਡੀ ਅਰੈਸਟ ਨੂੰ ਚੈਲੰਜ ਦਿੱਤਾ ਜਾ ਸਕੇਗਾ। ਲੇਕਿਨ ਸੁਪਰੀਮ ਕੋਰਟ ਨੇ ਆਪਣੇ ਇੱਕ ਕੰਟਰੋਵਰਸ਼ੀਅਲ ਜਜਮੈਂਟ ਜਿਹੜੇ ਕਿ April 1976 ਵਿੱਚ ਇਹ ਜਜਮੈਂਟ ਆਈ, the constitution bench of supreme court they overruled the rulings of high court and accepted the government plea। ਇਸ ਦਾ ਮਤਲਬ ਇਹ ਹੋਇਆ ਕਿ ਐਮਰਜੈਂਸੀ ਦੇ ਟਾਈਮ ਦੇ ਵਿੱਚ ਗਵਰਨਮੈਂਟ ਸਾਰੇ ਸਿਟੀਜ਼ਨਸ ਦੀ ਰਾਈਟ ਟੂ ਲਾਈਫ ਐਂਡ ਲਿਬਰਟੀ ਲੈ ਸਕਦੀ ਹੈ, ਪ੍ਰੀਵੈਂਟਿਵ ਡਿਟੈਂਸ਼ਨ ਦੇ ਆਧਾਰ ਤੇ ਉਹਨਾਂ ਨੂੰ ਅਰੈਸਟ ਕਰ ਸਕਦੀ ਹੈ, ਬਟ ਨਾਲ ਦੇ ਨਾਲ ਜਿਹੜੇ ਆਮ ਲੋਕ ਨੇ ਉਹ ਹੈਬੀਸ ਕਾਰਪਸ ਰਿਟ ਦਾ ਇਸਤੇਮਾਲ ਨਹੀਂ ਕਰ ਸਕਦੇ, ਮੀਨਸ ਆਪਣੀ ਅਰੈਸਟ ਨੂੰ ਉਹ ਚੈਲੰਜ ਨਹੀਂ ਕਰ ਸਕਦੇ ਕਿਸੇ ਵੀ ਕੋਰਟ ਦੇ ਵਿੱਚ। ਨਾਓ ਦੇयर वर सर्टन रेसिस्टेंस टू द एमरजेंसी। कई पोलिटिकल राइडर्स अंडरग्राउंड हो गए, उन्होंने प्रोटेस्ट करनी स्टार्ट कर दी। कुछ न्यूज़पेपर्स जिवें इंडियन एक्सप्रैस ते स्टेटमेंट ने अपने पेपर्स दे विच ब्लैंक स्पेसिस छड्डनियां स्टार्ट कर दित्तियां ताकि जिथे कि न्यूज़ आइटम सेंसर्ड सी। कई मैगजीन्स जिवें मेन स्ट्रीम ते सेमिनार दे क्लोज रादर दैन सबमिट टू सेंसरशिप लगवाउण ਦੀ ਬਜਾਏ ਉਹਨਾਂ ਨੇ ਆਪਣੇ ਮੈਗਜ਼ੀਨਸ ਨੂੰ ਬੰਦ ਕਰਨਾ ਹੀ ਬਿਹਤਰ ਸਮਝਿਆ। ਕਈ ਜਰਨਲਿਸਟ ਨੂੰ ਅਰੈਸਟ ਕੀਤਾ ਗਿਆ, ਕਈ ਅੰਡਰਗਰਾਊਂਡ ਨਿਊਜ਼ਲੈਟਰਸ ਤੇ ਲੀਫਲੈਟਸ ਪਬਲਿਸ਼ ਕੀਤੇ ਗਏ ਤਾਂ ਕਿ ਸੈਂਸਰਸ਼ਿਪ ਨੂੰ ਬਾਈਪਾਸ ਕੀਤਾ ਜਾ ਸਕੇ। ਕਈ ਅਜਿਹੇ ਰਾਈਟਰਸ ਸੀ, ਫॉर एग्जांपल ਕੰਨੜ ਰਾਈਟਰ ਸ਼ਿਵਰਾਮ ਕਰੰਤ, he was awarded with Padma Bhushan, and Hindi writer Phanishwar Nath Renu, he was also awarded with Padma Shri, honorable awards of India। they returned their awards in the protest against the suspension of democracy, क्योंकि सारा ਦਾ ਸਾਰਾ ਡੈਮੋਕ੍ਰੈਟਿਕ ਆਰਡਰ ਹੀ ਇੱਕ ਤਰ੍ਹਾਂ ਦੇ ਨਾਲ ਸਸਪੈਂਡ ਕਰ ਦਿੱਤਾ ਗਿਆ ਸੀ। ਗਵਰਨਮੈਂਟ ਨੇ ਬਹੁਤ ਸਾਰੇ ਚੇਂਜਸ ਲੈ ਕੇ ਆਏ। ਇਸ ਦੇ ਵਿੱਚ ਸਭ ਤੋਂ ਵੱਡਾ ਚੇਂਜ ਜਿਹੜਾ ਇੰਦਰਾ ਗਾਂਧੀ ਨੇ ਇੱਕ ਕੇਸ ਦੇ ਵਿੱਚ ਇਲਾਹਾਬਾਦ ਹਾਈ ਕੋਰਟ ਦੇ ਕੰਸਰਨ ਦੇ ਵਿੱਚ ਉਹਦੇ ਰੂਲਿੰਗ ਦੇ ਕੰਸਰਨ ਦੇ ਵਿੱਚ ਇੰਦਰਾ ਗਾਂਧੀ ਨੇ ਇੱਕ ਅਮੈਂਡਮੈਂਟ ਕਰਵਾ ਦਿੱਤਾ ਤੇ ਉਹਦੇ ਵਿੱਚ ਡਿਕਲੇਅਰ ਕੀਤਾ ਗਿਆ ਕਿ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਨੂੰ ਕੋਰਟ ਦੇ ਵਿੱਚ ਵੀ ਚੈਲੰਜ ਨਹੀਂ ਕੀਤਾ ਜਾ ਸਕੇਗਾ। ਦ ਸੇਮ ਥਿੰਗ ਹੈਪਨਡ ਇਲਾਹਾਬਾਦ ਕੋਰਟ ਵਿੱਚ। ਇੰਦਰਾ ਗਾਂਧੀ ਦੇ ਇਲੈਕਸ਼ਨ ਨੂੰ 1971 ਦੇ ਲੋਕ ਸਭਾ ਇਲੈਕਸ਼ਨ ਨੂੰ ਚੈਲੰਜ ਕੀਤਾ ਗਿਆ, ਉਹਨੂੰ ਇਨਵੈਲਿਡ ਕਰਾ ਦਿੱਤਾ ਗਿਆ, ਬਟ ਵਿਦ ਦ ਹੈਲਪ ਆਫ ਦ ਗਵਰਨਮੈਂਟ ਐਮਰਜੈਂਸੀ ਦੇ ਵਿੱਚ ਇਹ ਅਮੈਂਡਮੈਂਟ ਇੰਦਰਾ ਗਾਂਧੀ ਨੇ ਪਾਸ ਕਰਵਾ ਲਿਆ ਕਿ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਦੀ ਸੀਟ ਦੇ ਇਲੈਕਸ਼ਨਸ ਦੇ ਲਈ ਕਿਸੇ ਵੀ ਤਰ੍ਹਾਂ ਦਾ ਚੈਲੰਜ, ਉਹਨਾਂ ਦੇ ਇਲੈਕਸ਼ਨਸ ਨੂੰ ਚੈਲੰਜ ਨਹੀਂ ਕੀਤਾ ਜਾਏਗਾ। 42nd ਅਮੈਂਡਮੈਂਟ ਵੀ ਇਸ ਸਮੇਂ ਹੋਇਆ ਐਂਡ ਡਿਊਰੇਸ਼ਨ ਜਿਹੜੀ ਲੈਜਿਸਲੇਚਰਸ ਦੀ ਸੀ ਉਹ 5 ਤੋਂ ਲੈ ਕੇ 5 ਤੋਂ 6 ਈਅਰਸ ਤੱਕ ਕਰ ਦਿੱਤੀ ਗਈ। ਤੇ ਮੋਰਓਵਰ ਐਮਰਜੈਂਸੀ ਤੋਂ ਬਾਅਦ ਵੀ ਇਹਨੂੰ ਪਰਮਾਨੈਂਟ ਨੇਚਰ ਵਿੱਚ ਰੱਖਿਆ ਗਿਆ। ਬਿਸਾਈਡਸ ਦਿਸ ਡਿਊਰਿੰਗ ਐਨ ਐਮਰਜੈਂਸੀ ਇਲੈਕਸ਼ਨਸ ਜਿਹੜੇ ਨੇ 1 ਸਾਲ ਤੱਕ ਪੋਸਟਪੋਨ ਕਰ ਦਿੱਤੇ ਗਏ। ਇਟ ਮੀਨਸ ਆਫਟਰ 1971 ਜਿਹੜੇ ਇਲੈਕਸ਼ਨਸ 1976 ਵਿੱਚ ਹੋਣੇ ਸੀ ਉਹ the elections needed to be held only in 1978 ਦੇ ਵਿੱਚ ਉਹ elections ਹੋਣਗੇ। Now let us start with the controversies regarding emergency. We will do one point today only.
द पॉइंट इज़ वॉज द एमरजेंसी नैसेसरी। कई तरह दियां ज्यादतियां ते एक्सेसिस होईयां एमरजेंसी के दौरान, तो शाह कमीशन जिहड़ा कि मई 1977 दे विच जनता पार्टी गवर्नमेंट ने अपॉइंट किया सी। JC शाह एक रिटायर्ड चीफ जस्टिस सुप्रीम कोर्ट दे सी। उन्होंने जिहड़े कि एलीगेशनस जिहड़ी एक्सेसिस ते माल प्रैक्टिसिस एमरजेंसी के दौरान होईयां, वो एमरजेंसी जिहड़ी 25 जून 1975 ਨੂੰ प्रोक्लेम की गई, उस दे आधार पर पड़चोल करने लई शाह कमीशन ਨੂੰ अपॉइंट किया गया। शाह कमीशन ने अलग अलग एविडेंसिस देखे, विटनेसिस देखे, तो बाद विच दीज इनकलूडिड दैट इंदिरा गांधी ਨੂੰ बड़ी बारी उन्होंने सामने अपीयर होने ਲਈ किया गया, लेकिन उन्होंने इंदिरा गांधी ने किसी भी तरह का जवाब देना बेहतर नहीं समझा। गवर्नमेंट ऑफ इंडिया ने अपनी फाइंडिंग्स, रिकमेंडेशंस ते ऑब्जरवेशंस के सामने ऑब्जरवेशंस जिहड़ियां कि शाह कमीशन ने अपनी इंतरिम रिपोर्ट थर्ड ते फाइनल रिपोर्ट दे विच सी, वो गवर्नमेंट ऑफ इंडिया ने एक्सैप्ट कीतियां ते दोनों हाउसेस दे विच इन्हां दी रिपोर्ट नूं टेबल अप भी किया गया। नाउ द क्वेश्चन अराइजेस दैट वाज द एमरजेंसी नेसेसरी। Emergency was not so necessary here, but only the internal disturbances has been main reason for declaring emergency. Before 1975, emergency was never proclaimed on this ground. We have noted agitations were going on in many parts of the country. Was this the reason and effect enough for declaring emergency? गवर्नमेंट ने आर्ग्यू किया कि सिर्फ इंटरनल डिस्टर्बेंस के होने करके ही सारी एमरजेंसी प्रोक्लेम डिक्लेयर करना ये एक चंगी गल नहीं सी जिहड़ी कि इंदिरा गांधी गवर्नमेंट ने की थी, क्योंकि इंटरनल डिस्टर्बेंसेस कई तरह के हो सकते हैं, लेकिन इन्ह डिस्टर्बेंस के करके एमरजेंसी डिक्लेयर करना एक डेमोक्रेटिक नहीं सी। इंदिरा गांधी ने शाह कमीशन ਨੂੰ एक लैटर ਦੇ ਵਿੱਚ लिखा that subversive forces were trying to obstruct the progressive programs of the government and were attempting to dislodge her from power through extra constitutional means। ਇਹ subversive ਹੁੰਦੇ हैं ਜਿਹੜੇ कि ਉਹ ਤਾਕਤਾਂ ਜਿਹੜੇ कि गवर्नमेंट ਨੂੰ डैमेज ਕਰਨ ਦਾ प्रयास ਕਰਦੀਆਂ ਨੇ। सबवर्सिव फोर्सिस जिहड़ी सी गवर्नमेंट के प्रोग्रेसिव प्रोग्राम्स दे विच रुकावट बनिया हुई सी और उन्होंने तो शक्ति खोण की भी प्रैक्टिस, शक्ति खोण का भी प्रयास कर रही सी, ते ये करन दे विच एक्सट्रा कॉन्स्टिट्यूशनल मीनस का भी इस्तेमाल कर रही सी। एज सेड बाय CPI ने पहला कांग्रेस की एमरजेंसी का बिल्कुल सपोर्ट किया एंड उन्होंने कहा कि दैट देयर वॉज एन इंटरनेशनल कॉन्सपिरेसी अगेंस्ट द यूनिटी ऑफ इंडिया, कि भारत दे विच इंटरनेशनल कॉन्सपिरेसी चल रही है जिहड़ी कि भारत की एकता नूं बिल्कुल भी खतरा है। लेकिन हौली हौली बाद दे विच CPI ने पहला फील किया कि जिहड़ी जयप्रकाश नारायण JP जिहड़ी कि मिडल क्लासेस है, दे वर अगेंस्ट द रैडिकल पॉलिसीज़ ऑफ द कांग्रेस पार्टी, बट बाद में CPI नूं अपनी असैसमेंट बिल्कुल गलत लगी एंड इट वॉज एन एरर। दे थॉट आफ्टरवर्ड्स, द लीडर्स ऑफ CPI दे थॉट आफ्टरवर्ड्स दैट एमरजेंसी के दौरान इंदिरा गांधी का सपोर्ट करना, एमरजेंसी का सपोर्ट करना उन्होंने लिए एक बहुत वड्डी गलती सी। कुछ क्रिटिक्स आपको पता है जिहड़े वो लोग जिहड़े क्रिटिसिज्म करते हैं, उन्होंने आर्ग्यू किया कि फ्रीडम मूवमेंट तो बाद इंडियन पॉलिटिक्स के विच बहुत ज़्यादा पॉपुलर स्ट्रगल सी। जयप्रकाश नारायण the opposition leaders they felt that in a democracy people had the right to publicly protest against the government। जिहड़े बिहार ते गुजरात की एजिटेशनस भी सी वो भी पीसफुल ते नॉन वायलेंट सी। जिहड़े कि लोग अरेस्ट किए गए उन्होंने कदे भी एंटी नैशनल एक्टिविटी के लिए ट्राई नहीं किया गया। कई थावां ते कोई केसेस भी डिटेनीज के अगेंस्ट नहीं फाइल अप किया गया
ਐਂਡ ਹੋਮ ਮਿਨਿਸਟਰੀ ਜਿਨ੍ਹਾਂ ਨੂੰ ਸਾਰੀ ਸਿਚੁਏਸ਼ਨ ਦਾ ਮੋਨੀਟਰ ਕਰਨ ਦੀ ਜ਼ਿੰਮੇਵਾਰੀ ਮਿਲੀ ਹੋਈ ਸੀ, ਉਹਨਾਂ ਨੇ ਵੀ ਕੋਈ ਅਜਿਹਾ ਕੰਸਰਨ ਨਹੀਂ ਦਿਖਾਇਆ that there is any concern about law and order situation in the country। ਲੇਕਿਨ ਜੇ ਕਈ ਥਾਵਾਂ ਤੇ ਜੇ एजिटेशंस overstep their limits, अगर वो अपनी हदा क्रॉस करती है, कई जगहों पर अगर एजिटेशंस हो जाती हैं, प्रोटेस्ट ज़्यादा भयानक रूप धारण कर लेता है, तो गवर्नमेंट हैड इनफ रूटीन पावर्स टू डील विद इट। गवर्नमेंट उन्होंने रूटीन पावर्स ਦੇ ਨਾਲ ਡੀਲ ਕਰ ਸਕਦੀ ਸੀ, ਲੇਕਿਨ ਨਾਲ ਦੇ ਨਾਲ ਡੈਮੋਕ੍ਰੈਟਿਕ ਫੰਕਸ਼ਨਿੰਗ ਨੂੰ ਸਸਪੈਂਡ ਕਰਨ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ, ਤੇ ਨਾ ਹੀ ਐਮਰਜੈਂਸੀ ਵਰਗੀ ਡਰੈਕੋਨੀਅਨ ਮੈਜਰ ਨੂੰ ਯੂਜ਼ ਕਰਨ ਦਾ ਸਵਾਲ ਪੈਦਾ ਹੁੰਦਾ ਸੀ, ਜਿਹੜਾ ਕਿ ਇੰਦਰਾ ਗਾਂਧੀ ਗਵਰਨਮੈਂਟ ਨੇ ਐਮਰਜੈਂਸੀ ਡਿਕਲੇਅਰ ਕਰਕੇ ਕੀਤਾ। ਐਂਡ ਦ ਥ੍ਰੈਟ ਵਾਜ਼ ਨਾਟ ਟੂ ਦ ਯੂਨਿਟੀ ਐਂਡ ਇੰਟੈਗ੍ਰਿਟੀ ਆਫ ਦ ਨੇਸ਼ਨ। ਕ੍ਰਿਟਿਕਸ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਖਤਰਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਨਹੀਂ, ਜਦਕਿ ਰੂਲਿੰਗ ਪਾਰਟੀ ਤੇ ਪ੍ਰਾਈਮ ਮਿਨਿਸਟਰ ਨੂੰ ਸੀ। ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਤੇ ਰੂਲਿੰਗ ਪਾਰਟੀ ਨੂੰ ਜ਼ਿਆਦਾ ਖਤਰਾ ਸੀ। ਮੋਰਓਵਰ ਕ੍ਰਿਟਿਕਸ ਸੇਜ਼ that Indira Gandhi has misused the constitutional provision that was meant for saving the country to save her personal power। ਉਹ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਜਿਹੜਾ ਕਿ ਦੇਸ਼ ਨੂੰ ਬਚਾਉਣ ਲਈ ਬਣਾਇਆ ਗਿਆ ਸੀ, ਉਹਨੇ ਆਪਣੀ ਪਰਸਨਲ ਪਾਵਰ ਨੂੰ ਬਚਾਉਣ ਲਈ ਯੂਜ਼ ਕੀਤਾ। This is all with today's topic. We'll continue with what happened during emergency tomorrow. If you have not understood, you can ask me. Thank you. Have a great day ahead.